गुरु जी। हम संतन की रेन प्यारे, हम संतन की सरना। संत हमारी ओट सताणी, संत हमारा गहना। हम संतन स्यों बन आई, पूर्व लिखिया पाई। एहो मन तेरा भाई, मोर पित पूर्व की अस प्याना। भांत भांत के तीरथ नाना, जब इजाद तर बेणी भय। पुन दान दिन करत बताए, तही प्रकाश हमारा भयो। पटना शहर बिकाय भाव लयो, तही प्रकाश हमारा भयो। पटना शहर बिकाय भाव लयो। परम सन्मानयोग, जुगो जुग अटल, दीन दुनिया दे मालक, जगत जलंदे दे रखियक, ज्ञान दे महासागर। धन धन साहिब श्री गुरु ग्रंथ साहिब जी दी पावन पवित्र हजूरी विखे सुभाएमान गुरु की साजी नवाजी गुरु खालसा साध संगत जी। प्यार सहित फतेह दी सांझ करिए। सारे माई भाई गज के आखो जी वाहिगुरु जी का खालसा वाहिगुरु जी की फतेह। सतगुरु जी ने अपार कृपा बख्शिश रहमत की है। नानकसर ठाठ डांगो विखे सतगुरां दे दरों घरों साजे नवाजे गुरमुख प्यारे संत बाबा सरबजोत सिंह जी, समूह सिख संगतां, सिख जथेबंदियां दे प्यारे महापुरखां दे सहयोग नाल साहिब कमाल अमृत के दाते सरबंस दानी पिता साहिब श्री गुरु गोबिंद सिंह साहब जी का 354वां आगमन गुरपुरब नूं समर्पित अते सतगुरां दे दरों घरों वरोसाए साडे अति सत्कारयोग सचखंड वासी महापुरख संत बाबा मीहा सिंह जी सियाड़ वाले महापुरखों की याद नूं ताज़ा करदिआं ये गुरमत समागम 25 तरीक तो आरंभ होए ने संगत जी, जिस विच महापुरखों वालों हर रोज़ एक श्री अखंड पाठ साहब जी का भोग पाया जाता है। अज
ਪੰਜ ਸ੍ਰੀ ਅਖੰਡ ਪਾਠ ਸਾਹਿਬਾਂ ਦੀ ਸੰਪੂਰਨਤਾ ਹੋਈ ਹੈ ਔਰ ਅੱਗੇ ਸ੍ਰੀ ਅਖੰਡ ਪਾਠ ਸਾਹਿਬ ਚੱਲ ਰਹੇ ਨੇ ਜੋ ਕੱਲ 31 ਤਰੀਕ ਨੂੰ ਅੰਮ੍ਰਿਤ ਵੇਲੇ ਸੰਪੂਰਨ ਭੋਗ ਪਾਏ ਜਾਣਗੇ। ਉਪਰੰਤ ਨਗਰ ਕੀਰਤਨ ਦੀ ਪ੍ਰਾਰੰਭਤਾ ਕੀਤੀ ਜਾਵੇਗੀ। ਸੰਗਤ ਜੀ ਮਹਾਂਪੁਰਖਾਂ ਵੱਲੋਂ ਇਹ ਬਹੁਤ ਵਧੀਆ ਉਪਰਾਲਾ ਹੈ, ਹਰ ਸਾਲ ਦੀ ਤਰ੍ਹਾਂ। ਸੋ ਗੁਰੂ ਕੀਆਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨ ਵਾਸਤੇ ਮਹਾਂਪੁਰਖ ਦੂਰੋਂ ਨੇੜਿਓਂ ਸੰਗਤ ਜੀ ਹਾਜ਼ਰੀ ਭਰਦੇ ਨੇ ਅਤੇ ਗੁਰੂ ਜਸ ਆਪਾਂ ਨੂੰ ਸਰਵਣ ਕਰਾਉਂਦੇ ਨੇ। ਹੁਣੇ ਸਾਡੇ ਬਹੁਤ ਸਤਿਕਾਰਯੋਗ ਸੰਤ ਬਾਬਾ ਸ਼ੇਰ ਸਿੰਘ ਜੀ, ਜਿਨ੍ਹਾਂ ਨੇ ਆਪਾਂ ਨੂੰ ਗੁਰਬਾਣੀ ਦਾ ਕੀਰਤਨ ਅਤੇ ਨਾਲ ਗੁਰਮਤਿ ਵਿਚਾਰਾਂ ਸਰਵਣ ਕਰਵਾਈਆਂ। ਸੰਗਤ ਜੀ ਮਹਾਂਪੁਰਖਾਂ ਦੇ ਵੱਡੇ ਬਾਬਾ ਹਰੀ ਸਿੰਘ ਜੀ, ਸਤਿਕਾਰਯੋਗ ਸੰਤ ਬਾਬਾ ਆਨੰਦ ਸਿੰਘ ਜੀ ਮਹਾਂਪੁਰਖਾਂ ਦੇ ਨਾਲ ਸੰਗਤ ਜੀ ਰਹਿ ਕੇ ਸੇਵਾਵਾਂ ਨਿਭਾਉਂਦੇ ਰਹੇ। ਤੋ ਸੰਗਤ ਜੀ ਭਾਵੇਂ ਮਹਾਂਪੁਰਖਾਂ ਵੱਲੋਂ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਚੇਂਜ ਕਰਕੇ, ਤਬਦੀਲ ਕਰਕੇ ਸ਼ਾਮ ਦੇ ਸਮੇਂ ਦਾ ਕੀਤਾ ਗਿਆ ਹੈ ਔਰ ਗੁਰੂ ਕਿਰਪਾ ਕਰੇ ਰਾਤ ਨੂੰ ਵੀ ਇਸੇ ਤਰ੍ਹਾਂ ਸੁੰਦਰ ਦੀਵਾਨ ਸੱਜਣਗੇ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਨ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜ਼ਿਕਰ ਕੀਤਾ ਹੈ, ਜਬ ਜਬ ਅਰਿਸ਼ਟ ਹੋਤ ਸੰਸਾਰਾ, ਤਬ ਤਬ ਦੇ ਧਰਤ ਅਵਤਾਰਾ। ਜਿਵੇਂ ਜਿਵੇਂ ਧਰਤੀ ਤੇ ਪਾਪ ਜ਼ੁਲਮ ਵੱਧ ਜਾਂਦੇ ਨੇ, ਤਿਵੇਂ ਤਿਵੇਂ ਮਾਤਲੋਕ ਵਿੱਚ ਅਵਤਾਰ ਪੁਰਖ ਆਉਂਦੇ ਨੇ। ਸਤਿਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਵੀ ਜ਼ਿਕਰ ਕੀਤਾ ਹੈ, ਕਲ ਮਲ ਹੋਈ ਮੇਦਨੀ, ਅਰਦਾਸ ਕਰੇ ਲਿਵਲਾਏ। ਸੱਚਾ ਸੁਣਿਆ ਕੰਨ ਦੇ, ਧੀਰਕ ਦੇਵੈ ਸਹਿਜ ਸੁਭਾਏ। ਸੰਗਤ ਜੀ ਇਹ ਜਿਹੜੀ ਧਰਤੀ ਹੈ ਅਥਵਾ ਧਰਤੀ ਤੇ ਵਸਣ ਵਾਲੇ ਉਹ ਲੋਕ ਜਿਨ੍ਹਾਂ ਤੇ ਜ਼ੁਲਮ ਹੁੰਦਾ ਹੈ, ਜਿਨ੍ਹਾਂ ਤੇ ਪਾਪੀ ਲੋਕ ਪਾਪ ਕਰਦੇ ਨੇ, ਉਹ ਜਦੋਂ ਵਾਹਿਗੁਰੂ ਦੇ ਦਰ ਪੁਕਾਰਾ ਕਰਦੇ ਨੇ, ਬੇਨਤੀਆਂ ਕਰਦੇ ਨੇ, ਪਰਮੇਸ਼ਰ ਆਪ ਉਹਨਾਂ ਦੀਆਂ ਬੇਨਤੀਆਂ ਨੂੰ ਕੰਨ ਦੇ ਕੇ ਸੁਣਦਾ ਹੈ, ਫਿਰ ਧੀਰਜ ਦਿੰਦਾ ਹੈ ਕਿ ਤੁਸੀਂ ਹੌਸਲਾ ਰੱਖੋ, ਹੁਣ ਮੈਂ ਆਪ ਆਵਾਂਗਾ 10 ਰੂਪ ਧਾਰਨ ਕਰਕੇ ਤੇ ਤੁਹਾਡੇ ਗਲੋਂ
ਪਾਪਾਂ ਦਾ ਬੋਝ, ਜ਼ੁਲਮ ਦਾ ਬੋਝ ਜਿਹੜਾ ਉਹ ਆਪ ਉਤਾਰਾਂਗਾ। ਤੇ ਭੱਟਾਂ ਨੇ ਸਵਈਆਂ ਵਿੱਚ ਜ਼ਿਕਰ ਕੀਤਾ ਹੈ, ਆਪ ਨਾਰਾਇਣ ਕਲਾ ਧਾਰ, ਜਗ ਮਹਿ ਪਰਵਰਿਓ। ਨਾਰਾਇਣ ਸੰਗਤ ਜੀ ਜੋ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਪਰਮਾਤਮਾ, ਉਹ ਵਾਹਿਗੁਰੂ ਗੁਰੂ ਨਾਨਕ ਦੇ ਰੂਪ ਵਿੱਚ ਮਾਤ ਲੋਕ ਵਿੱਚ ਆਇਆ। ਮਾਤ ਲੋਕ ਵਿੱਚ ਆ ਕੇ ਉਹ ਲੋਕ ਜਿਹੜੇ ਪਖੰਡ ਦੀ ਆੜ ਹੇਠ ਜ਼ੁਲਮ ਕਰਦੇ ਸੀ, ਪਾਪ ਕਮਾਉਂਦੇ ਸੀ, ਸਤਿਗੁਰੂ ਜੀ ਨੇ ਉਹਨਾਂ ਨੂੰ ਉਪਦੇਸ਼ ਦੇ ਕੇ ਗੁਰਸਿੱਖ ਸਾਧੂ ਬਣਾਉਣਾ ਕੀਤਾ ਹੈ। ਧੰਨ ਗੁਰੂ ਨਾਨਕ ਦੇਵ ਜੀ ਆਪ ਨਿਰੰਕਾਰ ਸਰੂਪ ਹਨ। ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਬੇਅੰਤ ਹੀ ਮਹਾਂਪੁਰਖਾਂ ਦੀ ਸਾਜਣਾ ਕੀਤੀ ਹੈ। ਔਰ ਜਿੱਥੇ ਮਾਤ ਲੋਕ ਦੇ ਵਿੱਚ ਸਤਿਗੁਰਾਂ ਦੇ ਆਉਣ ਤੋਂ ਪਹਿਲਾਂ ਵੀ ਸੰਗਤ ਜੀ ਬਹੁਤ ਸਾਰੇ ਪੀਰ, ਪੈਗੰਬਰ, ਔਲੀਏ, ਅਵਤਾਰ ਆਏ, ਪਰ ਉਹ ਆਪਣੀ ਆਪਣੀ ਪੂਜਾ ਵਿੱਚ ਰੁੱਝ ਗਏ, ਆਪਣਾ ਆਪਣਾ ਨਾਮ ਜਪਾਉਣ ਲੱਗ ਪਏ। ਜੋ ਪ੍ਰਭੂ ਦਾ ਅਸਲੀ ਨਾਮ ਸੀ ਨਾ, ਉਸ ਨਾਮ ਨੂੰ ਉਹਨਾਂ ਨੇ ਗੁਪਤ ਰੱਖਿਆ, ਜਿਹਦੀ ਬਾਬਤ ਹਜ਼ੂਰ ਨੇ ਜ਼ਿਕਰ ਕੀਤਾ ਹੈ, ਕਿਰਤਮ ਨਾਮ ਕਤੇ ਤੇਰੇ ਜੇਬਾ, ਸਤਨਾਮ ਤੇਰਾ ਪਰਾ ਪੂਰਬਲਾ। ਸੰਗਤ ਜੀ ਕਈ ਨਾਮ ਉਸ ਵਾਹਿਗੁਰੂ ਦੀ ਕਿਰਤ ਤੋਂ ਉਹਦੇ ਪਏ ਨੇ, ਪਰ ਸਤਿਗੁਰੂ ਜੀ ਕਹਿੰਦੇ ਅਸਲ ਦੇ ਵਿੱਚ ਉਹਦਾ ਸਤਨਾਮ ਜਿਹੜਾ ਹੈ ਨਾ, ਇਹ ਸਭ ਤੋਂ ਪਹਿਲਾ ਤੇ ਅਸਲੀ ਨਾਮ ਹੈ। ਇੱਕ ਨਾਮ ਮਾਪੇ ਰੱਖਦੇ ਨੇ ਤੇ ਸੰਗਤ ਜੀ ਫਿਰ ਅੱਗੇ ਕਈ ਵਾਰ ਬੰਦੇ ਦੇ ਕੰਮਾਂ ਧੰਦਿਆਂ ਤੋਂ ਕਈ ਨਾਮ ਪੈ ਜਾਂਦੇ ਨੇ, ਪਰ ਜਿਹੜਾ ਮਾਪਿਆਂ ਨੇ ਨਾਮ ਰੱਖਿਆ ਅਸਲ ਦੇ ਵਿੱਚ ਉਹੀ ਨਾਮ ਹੁੰਦਾ ਹੈ। ਪਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨਾ ਤਾਤਾ ਹੈ ਨਾ ਮਾਤਾ ਹੈ। ਸੰਗਤ ਜੀ ਨਾ ਤਾਂ ਉਸ ਵਾਹਿਗੁਰੂ ਦਾ ਕੋਈ ਮਾਤਾ ਹੈ ਨਾ ਕੋਈ ਪਿਤਾ ਹੈ। ਸਤਿਗੁਰਾਂ ਨੇ ਜ਼ਿਕਰ ਕੀਤਾ ਹੈ ਸੈ ਭੰਗ, ਉਹ ਸੁੱਤੇ ਸਿੱਧੀ ਪ੍ਰਕਾਸ਼ ਰੂਪ ਹੈ ਤੇ ਉਹਦਾ ਨਾਮ ਅਸਲ ਦੇ ਵਿੱਚ ਹੈ ਸਤਨਾਮ। ਇਹ ਨਾਮ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸੰਗਤ ਜੀ ਪ੍ਰਗਟ ਕੀਤਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ, ਨਮਸਕਾਰ ਗੁਰਦੇਵ ਕੋ ਸਤਨਾਮ ਜਿਸ ਮੰਤਰ ਦ੍ਰਿੜਾਇਆ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਹੈ, ਜਿਨ੍ਹਾਂ ਨੇ ਸਤਨਾਮ ਰੂਪੀ ਮੰਤਰ ਸਾਨੂੰ ਦ੍ਰਿੜ ਕਰਵਾ ਦਿੱਤਾ ਹੈ। ਔਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕੀਤਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ 9 ਖੰਡ ਧਰਤੀ ਦਾ ਭਰਮਣ ਕੀਤਾ ਤੇ 9 ਖੰਡ ਧਰਤੀ ਦੇ ਉੱਤੇ ਜਾ ਕੇ ਸਤਿਗੁਰੂ ਜੀ ਨੇ ਸਤਨਾਮ ਦਾ
ਚੱਕਰ ਫਿਰਾਇਆ। ਸਤਿਗੁਰੂ ਜੀ ਨੇ ਸਤਿਨਾਮ ਦਾ ਚੱਕਰ ਫੇਰਿਆ। ਭਾਵ ਲੁਕਾਈ ਨੂੰ ਆਖਿਆ ਤੁਸੀਂ ਭਾਈ ਸਤਿਨਾਮ ਜਪੋ। ਹੁਣ ਭਾਈ ਸਾਹਿਬ ਜੀ ਨੇ ਵੀ ਜ਼ਿਕਰ ਕੀਤਾ ਹਜ਼ੂਰ ਜਦੋਂ ਪ੍ਰਚਾਰ ਦੀਆਂ ਫੇਰੀਆਂ ਤੋਂ ਉਦਾਸੀਆਂ ਤੋਂ ਵਾਪਸ ਪਰਤੇ ਕਰਤਾਰਪੁਰ ਦੀ ਪਾਵਨ ਧਰਤੀ ਤੇ ਸੁਭਾਏਮਾਨ ਹੋਏ। ਇੱਥੇ ਬੇਅੰਤ ਸਿੱਖ ਸੰਗਤਾਂ ਆਉਣ ਲੱਗ ਪਈਆਂ। ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਵੀ ਇੱਥੇ ਆਏ। ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਧਰਮਸਾਲ ਕਰਤਾਰਪੁਰ, ਸਾਧ ਸੰਗਤ ਸੱਚਖੰਡ ਵਸਾਇਆ। ਸੰਗਤ ਜੀ ਕਰਤਾਰਪੁਰ ਦੀ ਪਾਵਨ ਧਰਤੀ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਧਰਮਸਾਲ ਦੀ ਰਚਨਾ ਕੀਤੀ ਹੈ। ਸਾਧ ਸੰਗਤ ਰੂਪੀ ਇੱਥੇ ਸੱਚਖੰਡ ਸਤਿਗੁਰਾਂ ਨੇ ਵਸਾ ਦਿੱਤਾ। ਤੇ ਭਾਈ ਸਾਹਿਬ ਜੀ ਕਹਿੰਦੇ ਨੇ ਵਾਹਿਗੁਰੂ ਗੁਰ ਸ਼ਬਦ ਸੁਣਾਇਆ। ਕਰਤਾਰਪੁਰ ਦੀ ਪਾਵਨ ਧਰਤੀ ਤੇ ਹੀ ਸਤਿਗੁਰਾਂ ਨੇ ਸਿੱਖ ਸੰਗਤਾਂ ਨੂੰ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੂੰ ਸੰਗਤ ਜੀ ਵਾਹਿਗੁਰੂ ਗੁਰ ਮੰਤਰ ਦੀ ਦਾਤ ਦਿੱਤੀ ਹੈ। ਭਾਈ ਗੁਰਦਾਸ ਜੀ ਨੇ ਅੱਗੇ ਆਪਣੀਆਂ ਵਾਰਾਂ ਵਿੱਚ ਜ਼ਿਕਰ ਕੀਤਾ ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਕੋਈ। ਵਾਹਿਗੁਰੂ ਗੁਰ ਮੰਤਰ ਹੈ। ਅੱਜ ਵੀ ਪੰਜ ਪਿਆਰੇ ਆਪਾਂ ਨੂੰ ਵਾਹਿਗੁਰੂ ਗੁਰ ਮੰਤਰ ਦੀ ਦਾਤ ਦਿੰਦੇ ਨੇ, ਪਰ ਇਹਦੇ ਨਾਲ ਸਤਨਾਮ ਦਾ ਜਾਪ ਵੀ ਕਰਨਾ ਚਾਹੀਦਾ ਹੈ। ਜਿਵੇਂ ਕਾਰ ਸੇਵਾ ਵਾਲੇ ਮਹਾਂਪੁਰਖ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਨੇ। ਸੰਗਤ ਜੀ ਸਤਿਗੁਰਾਂ ਨੇ ਸਾਡੇ ਤੇ ਬਹੁਤ ਵੱਡੀਆਂ ਬਖਸ਼ਿਸ਼ਾਂ ਕੀਤੀਆਂ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਆਪਣੇ ਜਨਮ ਦੀ ਆਪਣੇ ਜੀਵਨ ਦੀ ਕਥਾ ਆਪਣੇ ਹੱਥੀਂ ਲਿਖ ਕੇ ਗਏ ਨੇ। ਦੁਨੀਆ ਦੇ ਅੰਦਰ ਕਿਤਨੇ ਵੀ ਪੀਰ ਪੈਗੰਬਰ ਅਵਤਾਰ ਹੋਏ, ਕਿਸੇ ਨੇ ਆਪਣੀ ਕਥਾ ਆਪ ਨਹੀਂ ਲਿਖੀ। ਸਤਿਗੁਰੂ ਜੀ ਨੇ ਆਪਣੀ ਕਥਾ ਆਪ ਲਿਖੀ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਹੇਮਕੁੰਟ ਪਰਬਤ ਦੇ ਉੱਤੇ ਅਸੀਂ ਵਾਹਿਗੁਰੂ ਦੀ ਬੰਦਗੀ ਵਿੱਚ ਉਹਦੀ ਭਗਤੀ ਵਿੱਚ ਲਿਵਲੀਨ ਸਾਂ। ਫਿਰ ਵਾਹਿਗੁਰੂ ਨੇ ਸਾਨੂੰ ਹੁਕਮ ਕੀਤਾ ਕਿ ਤੁਸੀਂ ਮਾਤ ਲੋਕ ਵਿੱਚ ਜਾਓ। ਡਾਕਟਰ ਭਾਈ ਵੀਰ ਸਿੰਘ ਜੀ ਨੇ ਜ਼ਿਕਰ ਕੀਤਾ ਹੈ ਕਲਗੀਧਰ ਪਾਤਸ਼ਾਹ ਜੀ ਨੇ ਜਦੋਂ ਮਾਤ ਲੋਕ ਵੱਲ ਝਾਤੀ ਮਾਰੀ ਤੇ ਕੀ ਤੱਕਦੇ ਨੇ, ਇੱਕ ਜ਼ਾਲਮ ਬਾਦਸ਼ਾਹ ਹਿੰਦੁਸਤਾਨ ਦੀ ਧਰਤੀ ਤੇ ਰਾਜਾ ਤੇ ਪਰਜਾ ਦੇ ਉੱਤੇ ਜ਼ੁਲਮ ਕਰ ਰਿਹਾ ਹੈ। ਔਰ ਉਹਦੇ ਜ਼ੁਲਮਾਂ ਨੂੰ ਰੋਕਣ ਵਾਸਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਆਗਿਆ ਹੋਈ ਹੈ ਕਿ ਜਾਓ ਜ਼ੁਲਮ ਪਾਪ ਮਿਟਾਓ। ਭਾਵੇਂ ਹਜ਼ੂਰ ਨੇ ਜ਼ਿਕਰ ਕੀਤਾ ਚਿੱਤ ਦਾ ਭਇਓ ਹਮਰੋ ਆਵਣ ਕਹਿ, ਚੁਭੀ ਰਹੀ ਸੁਰਤ ਪ੍ਰਭ ਚਰਨਨ ਮੈਂ। ਸਾਡਾ ਚਿੱਤ ਨਹੀਂ ਸੀ ਕਰਦਾ, ਸਾਡਾ ਜੀ ਨਹੀਂ ਸੀ ਕਰਦਾ ਆਉਣ ਨੂੰ। ਸਾਡੀ ਸੁਰਤ ਵਾਹਿਗੁਰੂ ਦੇ ਚਰਨਾਂ ਵਿੱਚ ਜੁੜੀ ਹੋਈ ਸੀ। ਫਿਰ ਕਹਿੰਦੇ ਅਸਾਂ ਬੇਨਤੀ ਕੀਤੀ ਮਹਾਰਾਜ ਜਿਸ ਕਾਰਜ ਵਾਸਤੇ ਆਪ ਮੈਨੂੰ ਭੇਜ ਰਹੇ ਹੋ ਉਹ ਕਾਰਜ ਆਪ ਜੀ ਦੀ ਸਹਾਇਤਾ ਤੋਂ ਬਗੈਰ ਨਹੀਂ ਚੱਲ ਸਕਦਾ। ਸਤਿਗੁਰੂ ਜੀ ਕਹਿੰਦੇ ਫਿਰ ਸਾਨੂੰ ਆਗਿਆ ਹੋਈ ਮੈਂ ਆਪਣਾ ਸੁੱਤ ਤੋਏ ਨਿਵਾਜਾ
ਪੰਥ ਪਰਚੁਰ ਕਰਬੇ ਕੋ ਸਾਜਾ। ਐ ਦੁਸ਼ਟ ਦਮਨ, ਮੈਂ ਤੁਹਾਨੂੰ ਆਪਣਾ ਪੁੱਤਰ ਬਣਾ ਕੇ ਮਾਤ ਲੋਕ ਵਿੱਚ ਭੇਜ ਰਿਹਾ ਹਾਂ ਪੰਥ ਦਾ ਪ੍ਰਚਾਰ ਕਰਨ ਵਾਸਤੇ। ਸੰਗਤ ਜੀ, ਸਤਿਗੁਰੂ ਜੀ ਕਹਿੰਦੇ ਨੇ ਫਿਰ ਵਾਹਿਗੁਰੂ ਦੇ ਹੁਕਮ ਅੱਗੇ ਸੀਸ ਨਵਾਉਣਾ ਪਿਆ। ਇਧਰ ਸਤਿਗੁਰਾਂ ਨੇ ਆਪਣੇ ਮਾਤਾ ਪਿਤਾ ਦੀ ਕਥਾ ਦਾ ਵੀ ਜ਼ਿਕਰ ਕੀਤਾ ਹੈ। ਮਾਤ ਤਾਤ ਮਾਤ ਮੁਰ ਲਖ ਅਰਾਧਾ, ਬਹੁ ਜੋਗ ਸਾਧਨਾ ਸਾਧਾ। ਤਿੰਨ ਜੋ ਕਰੀ ਅਲਖ ਕੀ ਸੇਵਾ, ਤਾਤੇ ਭੈ ਪ੍ਰਸੰਨ ਗੁਰਦੇਵ। ਸਤਿਗੁਰੂ ਜੀ ਕਹਿੰਦੇ ਸਾਡੇ ਮਾਤਾ ਪਿਤਾ ਨੇ ਵੀ ਬਹੁਤ ਭਗਤੀ ਕੀਤੀ ਹੈ। ਨਾ ਲਕੇ ਜਾਣ ਵਾਲੇ ਵਾਹਿਗੁਰੂ ਨੂੰ ਬਹੁਤ ਅਰਾਧਿਆ, ਚੇਤੇ ਕੀਤਾ, ਉਹਨੂੰ ਯਾਦ ਕੀਤਾ ਔਰ ਉਹਨਾਂ ਦੀ ਯਾਦਾਸ਼ਤ ਨੂੰ ਵੇਖ ਕੇ ਜਦੋਂ ਵਾਹਿਗੁਰੂ ਜੀ ਪ੍ਰਸੰਨ ਹੋਏ ਤੇ ਫਿਰ ਉਹਨਾਂ ਨੇ ਕਿਹਾ ਮੰਗੋ ਕੀ ਚਾਹੀਦਾ ਹੈ। ਤੇ ਫਿਰ ਸਾਡੇ ਮਾਤਾ ਪਿਤਾ ਨੇ ਕਿਹਾ ਸੀ ਮਹਾਰਾਜ ਆਪ ਜੈਸਾ ਪੁੱਤਰ ਚਾਹੀਦਾ ਹੈ। ਸੰਗਤ ਜੀ, ਵਾਹਿਗੁਰੂ ਨੇ ਤਥਾਸਤੂ ਕਿਹਾ, ਠੀਕ ਹੈ। ਇਹ ਅਕਾਲ ਪੁਰਖ ਨੇ ਪ੍ਰਸੰਨ ਹੋ ਕੇ ਬਖਸ਼ਿਸ਼ਾਂ ਕੀਤੀਆਂ। ਇਧਰ ਸਤਿਗੁਰੂ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ, ਜਿਨ੍ਹਾਂ ਨਾਲ ਈਰਖਾਲੂ ਲੋਕ ਈਰਖਾ ਕਰਦੇ ਸਨ, ਪਹਿਲਾਂ ਬਾਬੇ ਬਕਾਲੇ ਦੀ ਧਰਤੀ ਤੇ ਈਰਖਾਲੂਆਂ ਨੇ ਈਰਖਾ ਕੀਤੀ। ਹਜ਼ੂਰ ਨੇ ਵਿਚਾਰਿਆ ਵੀ ਆਪਾਂ ਈਰਖਾ ਵਿੱਚੋਂ ਕੀ ਲੈਣਾ, ਆਪਾਂ ਪਾਸੇ ਹੋ ਜਾਂਦੇ ਹਾਂ। ਸਤਿਗੁਰਾਂ ਨੇ ਮਾਖੋਵਾਲ ਦੀ ਧਰਤੀ ਮੁੱਲ ਖਰੀਦ ਕੇ ਇੱਥੇ ਨਵਾਂ ਨਗਰ ਵਸਾਇਆ, ਜਿਹਦਾ ਨਾਮ ਸੀ ਨਾਨਕੀ ਚੱਕ। ਸਤਿਗੁਰਾਂ ਨੇ ਆਪਣੀ ਮਾਤਾ ਦੇ ਨਾਮ ਦੇ ਉੱਤੇ ਨਗਰ ਦਾ ਨਾਮ ਰੱਖਿਆ ਸੰਗਤ ਜੀ, ਔਰ ਜਿਸ ਦਾ ਬਾਅਦ ਵਿੱਚ ਨਾਮ ਆਨੰਦਪੁਰ ਪਿਆ ਹੈ। ਸਤਿਗੁਰੂ ਜੀ ਜਦੋਂ ਨਾਨਕੀ ਚੱਕ ਰਹਿ ਰਹੇ ਸੀ ਤੇ ਇੱਥੇ ਵੀ ਈਰਖਾਲੂਆਂ ਨੇ ਈਰਖਾ ਕਰਨੀ ਸ਼ੁਰੂ ਕਰ ਦਿੱਤੀ, ਕਿਉਂਕਿ ਜਿਹੜੇ ਈਰਖਾਲੂ ਹੁੰਦੇ ਨੇ ਨਾ ਸੰਗਤ ਜੀ, ਉਹ ਪਿੱਛਾ ਨਹੀਂ ਛੱਡਦੇ, ਸਤਿਪੁਰਖਾਂ ਦੇ ਪਿੱਛੇ ਤੁਰੇ ਹੀ ਰਹਿੰਦੇ। ਹੁਣ ਜਦੋਂ ਇੱਥੇ ਵੀ ਉਹਨਾਂ ਨੇ ਈਰਖਾ ਸ਼ੁਰੂ ਕੀਤੀ ਤੇ ਹਜ਼ੂਰ ਨੇ ਮੁਖੀ ਸਿੱਖਾਂ ਨਾਲ ਵਿਚਾਰ ਕੀਤੀ ਕਿ ਆਪਾਂ ਈਰਖਾ ਤੋਂ ਬਚਣਾ ਹੈ, ਕੀ ਲੈਣਾ ਆਪਾਂ ਈਰਖਾ ਵਿੱਚ ਪੈ ਕੇ, ਤੇ ਆਪਾਂ ਪੂਰਬ ਦੀ ਯਾਤਰਾ ਕਰ ਆਉਂਦੇ ਹਾਂ। ਸੰਗਤ ਜੀ, ਵਿਚਾਰ ਬੜੀ, ਹਜ਼ੂਰ ਆਪਣੇ ਪਰਿਵਾਰ ਨੂੰ ਨਾਲ ਲਿਆ ਤੇ ਪੂਰਬ ਦੀ ਯਾਤਰਾ ਤੇ ਤੁਰੇ, ਜਿਹਦੇ ਬਾਰੇ ਹਜ਼ੂਰ ਨੇ ਜ਼ਿਕਰ ਕੀਤਾ, ਮੁਰ ਪਿਤ ਪੂਰਬ ਕੀਅਸ ਪਿਆਨਾ। ਸਾਡੇ ਪਿਤਾ ਜੀ ਨੇ ਪੂਰਬ ਦੀ ਤਰਫ ਪਿਆਨਾ ਕੀਤਾ, ਭਾਂਤ ਭਾਂਤ ਕੇ ਤੀਰਥ ਨਾਨਾ। ਰਸਤੇ ਵਿੱਚ ਅਨੇਕਾਂ ਤੀਰਥ ਆਏ, ਜਿੱਥੇ ਅਨੇਕ ਤਰ੍ਹਾਂ ਦੇ ਲੋਕ ਤੀਰਥਾਂ ਤੇ ਇਸ਼ਨਾਨ ਕਰਦੇ ਸੀ। ਉਹਨਾਂ ਲੋਕਾਂ ਨੂੰ ਸਤ ਧਰਮ ਦਾ ਉਪਦੇਸ਼ ਦਿੱਤਾ, ਇੱਕ ਵਾਹਿਗੁਰੂ ਨਾਲ ਜੋੜਿਆ, ਵਹਿਮਾਂ ਭਰਮਾਂ ਵਿੱਚੋਂ ਕੱਢਿਆ। ਇਤਿਹਾਸ ਨੇ ਜ਼ਿਕਰ ਕੀਤਾ, ਇੱਕ ਰਸਤੇ ਦੇ ਵਿੱਚ ਨਦੀ ਆਈ ਜਿਹਦਾ ਨਾਮ ਸੀ ਕਰਮਨਾਸਾ। ਕਰਮਨਾਸਾ ਨਦੀ, ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿਣ ਲੱਗੇ ਪਈ ਆਪਾਂ ਇੱਥੇ ਇਸ਼ਨਾਨ ਕਰੀਏ। ਉੱਥੋਂ ਦੇ ਲੋਕਾਂ ਨੇ ਕਿਹਾ ਮਹਾਰਾਜ ਇਹ ਨਦੀ ਦਾ ਨਾਮ ਹੈ ਕਰਮਨਾਸਾ, ਜਿਹੜੇ ਚੰਗੇ ਕਰਮ ਕੀਤੇ ਹੁੰਦੇ ਨੇ ਨਾ ਉਹ ਇਹ ਨਾਸ ਕਰ ਦਿੰਦੀ ਹੈ, ਤੇ ਆਪ ਇੱਥੇ ਇਸ਼ਨਾਨ ਨਾ ਕਰੋ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਨਹੀਂ ਕੋਈ ਫਿਕਰ ਨਾ ਕਰੋ ਤੁਸੀਂ, ਇਹ ਹੁਣ ਕਰਮ ਨਾਸ ਨਹੀਂ ਕਰਿਆ ਕਰੇਗੀ, ਇਹ ਕਰਮ ਬਣਾਇਆ ਕਰੇਗੀ। ਸੰਗਤ ਜੀ, ਸਤਿਗੁਰਾਂ ਨੇ ਉੱਤੇ ਇਸ਼ਨਾਨ ਵੀ ਕੀਤਾ ਤੇ ਵਰ ਵੀ ਦਿੱਤੇ। ਹੁਣ ਜਿਹੜਾ ਉਹ ਨਦੀ ਦੇ ਵਿੱਚ ਇਸ਼ਨਾਨ ਕਰਦਾ ਹੈ ਨਾ ਸੰਗਤ ਜੀ, ਉਹਦੇ ਚੰਗੇ ਕਰਮ ਬਣ ਜਾਂਦੇ।
ਇਉਂ ਸਤਿਗੁਰੂ ਜੀ ਚੱਲਦੇ ਚੱਲਦੇ ਤਰਬੇਣੀ ਤੇ ਪਹੁੰਚੇ। ਜਬ ਹੀ ਜਾਦ ਤਰਬੇਣੀ ਪਏ, ਜਿੱਥੇ 3 ਨਦੀਆਂ ਦਾ ਸੰਗਮ ਹੈ, ਇਲਾਹਾਬਾਦ, ਪ੍ਰਯਾਗਰਾਜ। ਸੰਗਤ ਜੀ ਉੱਥੇ 3 ਨਦੀਆਂ ਇਕੱਠੀਆਂ ਹੁੰਦੀਆਂ ਨੇ। ਸਤਿਗੁਰੂ ਪਾਤਸ਼ਾਹ ਜੀ ਇੱਥੇ ਕੁਝ ਸਮਾਂ ਟਿਕੇ ਔਰ ਪੁੰਨ ਦਾਨ ਕਰਦਿਆਂ ਸਤਿਗੁਰਾਂ ਨੇ ਦਿਨ ਬਤੀਤ ਕੀਤੇ। ਕੁਝ ਸੰਪਰਦਾਵਾਂ ਦੀ ਇਹ ਵੀ ਵਿਚਾਰ ਹੈ ਕਿ ਸਤਿਗੁਰਾਂ ਨੇ ਤਰਬੇਣੀ ਤੇ ਅਖੰਡ ਪਾਠ ਸਾਹਿਬ, ਜਿਹੜਾ ਪਹਿਲਾ ਅਖੰਡ ਪਾਠ ਹੋਇਆ ਉਹ ਤਰਬੇਣੀ ਤੇ ਕਰਵਾਇਆ। ਔਰ ਮਾਤਾ ਨਾਨਕੀ ਜੀ ਨੇ ਇੱਕ ਚੌਂਕੜੇ ਦੇ ਉੱਤੇ ਸਰਵਣ ਕੀਤਾ, ਕਿਉਂਕਿ ਮਾਤਾ ਨਾਨਕੀ ਜੀ ਨੇ ਬੇਨਤੀ ਕੀਤੀ ਸੀ, ਮੈਨੂੰ ਪੋਤਰੇ ਦਾ ਮੁਖ ਵਿਖਾਓ। ਰਹੁ ਵਿਚਾਰ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਹੈ ਕਿ ਪੁੰਨ ਦਾਨ ਦਿਨ ਕਰਤ ਬਤਾਏ। ਪੁੰਨ ਦਾਨ ਕਰਦਿਆਂ ਉੱਤੇ ਦਿਨ ਬਤੀਤ ਹੋਏ। ਫਿਰ ਸਤਿਗੁਰੂ ਜੀ ਕਹਿੰਦੇ ਨੇ, ਤਹੀ ਪ੍ਰਕਾਸ਼ ਹਮਾਰਾ ਭਇਓ। ਤਰਬੇਣੀ ਤੇ ਹੀ ਸਾਡਾ ਪ੍ਰਕਾਸ਼ ਹੋਇਆ। ਸੰਗਤ ਜੀ, ਪ੍ਰਕਾਸ਼ ਕਹਿੰਦੇ ਨੇ ਮਾਤਾ ਦੀ ਕੁੱਖ ਵਿੱਚ ਜਦੋਂ ਬੱਚਾ ਟਿਕ ਜਾਂਦਾ ਹੈ, ਜਿਹਨੂੰ ਆਪਾਂ ਕਹਿੰਦੇ ਵੀ ਮਾਂ ਦੀ ਕੁੱਖ ਵਿੱਚ ਪੈ ਗਿਆ ਬੱਚਾ, ਉਹਨੂੰ ਕਹਿੰਦੇ ਨੇ ਪ੍ਰਕਾਸ਼। ਅੱਜ ਕੱਲ੍ਹ ਵੈਸੇ ਹੀ ਪ੍ਰਕਾਸ਼ ਸ਼ਬਦ ਸ਼ੁਰੂ ਕਰ ਲਿਆ ਜੀ, ਪ੍ਰਕਾਸ਼ ਗੁਰਪੁਰਬ ਮਨਾ ਰਹੇ। ਅਸੀਂ ਆਗਮਨ ਗੁਰਪੁਰਬ, ਅਵਤਾਰ ਗੁਰਪੁਰਬ, ਇਹ ਸ਼ਬਦ ਜਿਹੜੇ ਨਾ ਛੱਡ ਦਿੱਤੇ ਔਰ ਅਸੀਂ ਕੇਵਲ ਪ੍ਰਕਾਸ਼ ਗੁਰਪੁਰਬ ਨੂੰ ਹੀ ਮੰਨ ਲਿਆ। ਸਤਿਗੁਰੂ ਜੀ ਨੇ ਇਹਦਾ ਨਿਰਣਾ ਕਰ ਦਿੱਤਾ। ਸਤਿਗੁਰੂ ਜੀ ਕਹਿੰਦੇ ਨੇ, ਤਹੀ ਪ੍ਰਕਾਸ਼ ਹਮਾਰਾ ਭਇਓ। ਤਹੀ ਦਾ ਅਰਥ ਹੈ ਉੱਥੇ, ਉੱਥੇ ਤੋਂ ਭਾਵ ਹੈ ਤਰਬੇਣੀ ਤੇ, ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪੁੰਨ ਦਾਨ ਕਰਦਿਆਂ ਦਿਨ ਬਤੀਤ ਕੀਤੇ ਸੀ। ਸਤਿਗੁਰੂ ਜੀ ਕਹਿੰਦੇ ਉੱਥੇ ਤਰਬੇਣੀ ਤੇ ਸਾਡਾ ਪ੍ਰਕਾਸ਼ ਹੋਇਆ, ਭਾਵ ਅਸੀਂ ਮਾਤਾ ਦੀ ਕੁੱਖ ਵਿੱਚ ਪਏ। ਹੁਣ ਸਤਿਗੁਰੂ ਜੀ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਤਰਬੇਣੀ ਤੋਂ ਅੱਗੇ ਚੱਲਦੇ ਨੇ ਤੇ ਆਪ ਜੀ ਪਟਨੇ ਆ ਜਾਂਦੇ। ਸੰਗਤ ਜੀ, ਜਿਸ ਨੂੰ ਅੱਜ ਕੱਲ੍ਹ ਆਪਾਂ ਪਟਨਾ ਸਾਹਿਬ ਕਹਿੰਦੇ ਹਾਂ, ਕਿਉਂਕਿ ਸਾਡੇ ਮਾਲਕ ਨੇ ਕਲਗੀਧਰ ਪਾਤਸ਼ਾਹ ਜੀ ਨੇ ਉੱਥੇ ਆਗਮਨ ਧਾਰਨ ਕੀਤਾ, ਆਉਣਾ ਕੀਤਾ। ਇਸ ਕਰਕੇ ਅੱਜ ਉਹ ਸਿੱਖਾਂ ਦਾ ਪਟਨਾ ਸਾਹਿਬ ਹੈ। ਸਤਿਗੁਰੂ ਜੀ ਇੱਥੇ ਕੁਝ ਸਮਾਂ ਟਿਕੇ, ਫਿਰ ਆਪਣੇ ਪਰਿਵਾਰ ਨੂੰ ਇੱਥੇ ਛੱਡ ਕੇ ਆਪ ਅਸ਼ਾਮ ਵਿੱਚ ਚਲੇ ਗਏ। ਅਸ਼ਾਮ ਦੇ ਵਿੱਚ ਸਤਿਗੁਰੂ ਜੀ ਨੇ 2 ਰਾਜਿਆਂ ਦੀ ਸੰਧੀ ਕਰਵਾਈ। ਇਤਿਹਾਸ ਬੜਾ ਲੰਬੇਰਾ ਹੈ। ਸੰਗਤ ਜੀ, ਇੱਧਰ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਪੋਹ ਸੁਦੀ 7ਵੀਂ 23 ਪੋਹ ਸੰਮਤ 1723 ਵਿਕਰਮੀ ਨੂੰ ਅਤੇ 22 ਦਸੰਬਰ ਸਨ 1666 ਈਸਵੀ ਨੂੰ ਸਤਿਗੁਰਾਂ ਦਾ ਆਗਮਨ ਹੋਇਆ ਹੈ। ਬੜੀਆਂ ਖੁਸ਼ੀਆਂ ਹੋਈਆਂ ਪਟਨਾ ਸਾਹਿਬ ਜੀ ਵਿਖੇ। ਸੰਗਤ ਜੀ, ਨਗਰ ਦੀਆਂ ਮਾਤਾਵਾਂ ਨੇ ਆਣ ਕਰਕੇ ਮਾਤਾ ਗੁਜਰ ਕੌਰ ਜੀ ਨੂੰ ਵਧਾਈਆਂ ਦਿੱਤੀਆਂ, ਮਾਤਾ ਨਾਨਕੀ ਜੀ ਨੂੰ ਵਧਾਈਆਂ ਦਿੱਤੀਆਂ, ਮਾਮਾ ਕਿਰਪਾਲ ਚੰਦ ਜੀ ਨੂੰ ਵਧਾਈਆਂ ਦਿੱਤੀਆਂ, ਸਿੱਖਾਂ ਨੂੰ ਵਧਾਈਆਂ ਮਿਲੀਆਂ। ਮਾਮਾ ਕਿਰਪਾਲ ਚੰਦ ਜੀ ਨੇ ਇੱਕ ਸਰੋਪਾ ਸਿੱਖਾਂ ਦੇ ਹੱਥ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਭੇਜਿਆ, ਨਾਲ ਬੇਨਤੀ ਕੀਤੀ, ਮਹਾਰਾਜ ਆਪ ਜੀ ਦੇ ਘਰ ਸਾਹਿਬਜ਼ਾਦੇ ਨੇ ਜਨਮ ਲਿਆ ਹੈ। ਗੁਰੂ ਸਾਹਿਬ ਜੀ ਨੇ ਵੀ ਆਪਣੀ ਬਾਣੀ ਵਿੱਚ ਜਨਮ ਦਾ ਜ਼ਿਕਰ ਕੀਤਾ। ਸੰਗਤ ਜੀ, ਸਤਿਗੁਰੂ ਜੀ ਕਹਿੰਦੇ ਨੇ, ਪਟਨਾ ਸ਼ਹਿਰ ਵਿਖੇ ਭਵ ਲਇਓ। ਭਵ ਦਾ ਅਰਥ ਹੈ ਜਨਮ। ਸਤਿਗੁਰੂ ਜੀ ਕਹਿੰਦੇ ਪਟਨਾ ਸ਼ਹਿਰ ਵਿੱਚ ਅਸੀਂ ਜਨਮ ਲਿਆ। ਹੁਣ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਸਿੱਖਾਂ ਨੇ ਜਾ ਕੇ ਸਿਰਪਾਓ ਭੇਟ ਕੀਤਾ, ਨਾਲ ਸਾਹਿਬਜ਼ਾਦੇ ਬਾਰੇ ਦੱਸਿਆ,
ਨਾਲ ਬੇਨਤੀ ਕੀਤੀ ਜੀ, ਪਰਿਵਾਰ ਨੇ ਬੇਨਤੀ ਕਰ ਭੇਜੀ ਹੈ, ਸਾਹਿਬਜ਼ਾਦੇ ਦਾ ਨਾਮ ਪ੍ਰਗਟ ਕਰੋ ਆਪਣੀ ਰਸਨਾ ਤੋਂ। ਸੰਗਤ ਜੀ, ਹਜ਼ੂਰ ਨੇ ਇੱਕ ਹੁਕਮਨਾਮਾ ਲਿਖ ਕੇ ਭੇਜਿਆ ਉਹਨਾਂ ਸਿੱਖਾਂ ਦੇ ਹੱਥੀ। ਅੱਜ ਜਦੋਂ ਆਪਾਂ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜੀ ਤੋਂ ਸਵੇਰੇ ਤਕਰੀਬਨ 9:15 9:30 ਦੇ ਹੇੜ ਗੇੜ ਆਪਾਂ ਟੀਵੀ ਤੇ ਦਰਸ਼ਨ ਕਰਦੇ ਆ ਨਾ 398 ਨੰਬਰ ਤੇ, ਉੱਥੇ ਸ਼ਾਸਤਰਾਂ ਦੇ ਦਰਸ਼ਨ ਕਰਾਏ ਜਾਂਦੇ ਨੇ। ਉਹਨਾਂ ਹੁਕਮਨਾਮਿਆਂ ਦੇ ਦਰਸ਼ਨ ਵੀ ਕਰਵਾਏ ਜਾਂਦੇ ਨੇ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਭੇਜੇ। ਉਹਦੇ ਵਿੱਚ ਉਹ ਹੁਕਮਨਾਮਾ ਜਿਹਦੇ ਵਿੱਚ ਇਹ ਜ਼ਿਕਰ ਆਇਆ ਸੀ, ਗੋਬਿੰਦ ਦਾਸ ਜੀ ਕੇ ਜਨਮ ਕੀ ਵਧਾਈ ਭੇਜੀ ਹੈ। ਸਤਿਗੁਰਾਂ ਨੇ ਸਾਹਿਬਜ਼ਾਦੇ ਦਾ ਨਾਮ ਗੋਬਿੰਦ ਦਾਸ ਰੱਖਿਆ ਸੀ। ਭਾਵੇਂ ਅੱਜ ਕੱਲ ਸਾਡੇ ਵਿਦਵਾਨ ਗੋਬਿੰਦ ਰਾਏ ਬਹੁਤਾ ਕਹੀ ਜਾਂਦੇ ਆ, ਪਰ ਸਤਿਗੁਰੂ ਜੀ ਦਾ ਨਾਮ ਗੋਬਿੰਦ ਦਾਸ ਸੀ। ਜਦੋਂ ਆਪਾਂ ਸਤਿਗੁਰਾਂ ਦੀ ਬਾਣੀ ਪੜ੍ਹਦੇ ਆ, ਸਤਿਗੁਰਾਂ ਦੀ ਬਾਣੀ ਵਿੱਚ ਵੀ ਜ਼ਿਕਰ ਆਉਂਦਾ, ਦੋਹਰਾ ਪੜ੍ਹਦੇ, ਸਗਲ ਦੁਆਰ ਕੋ ਛਾੜ ਕੇ ਗਾਹਿਓ ਤੁਹਾਰੋ ਦੁਆਰ, ਬਾਹੇ ਗਹਿ ਕੀ ਲਾਜਸ ਗੋਬਿੰਦ ਦਾਸ ਤੁਹਾਰ। ਇੱਥੇ ਵੀ ਸਤਿਗੁਰਾਂ ਨੇ ਆਪਣੇ ਨਾਮ ਦੇ ਅੱਗੇ ਦਾਸ ਸ਼ਬਦ ਵਰਤਿਆ। ਸੰਗਤ ਜੀ, ਹੁਕਮਨਾਮੇ ਦੇ ਵਿੱਚ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦਾਸ ਸ਼ਬਦ ਵਰਤਿਆ। ਸਮਾਂ ਬੀਤਿਆ, ਸਤਿਗੁਰੂ ਜੀ ਸੰਧੀ ਕਰਾ ਕੇ ਪਟਨਾ ਸਾਹਿਬ ਵਾਪਸ ਆਏ, ਜਿੱਥੇ ਗੁਰੂ ਕਾ ਬਾਗ ਹੈ। ਜਿਹੜੇ ਵੀਰਾਂ ਨੇ ਪਟਨਾ ਸਾਹਿਬ ਜੀ ਦੇ ਦਰਸ਼ਨ ਕੀਤੇ, ਉਹ ਗੁਰੂ ਕੇ ਬਾਗ ਵੀ ਜ਼ਰੂਰ ਗਏ ਹੋਣਗੇ। ਇੱਥੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਹਿਲੀ ਵਾਰ ਮਿਲਾਪ ਹੋਇਆ। ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਪਿਤਾ ਜੀ ਦੇ ਮੁਬਾਰਕ ਚਰਨਾਂ ਤੇ ਨਮਸਕਾਰ ਕੀਤੇ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਘੁੱਟ ਕੇ ਗਲ ਦੇ ਨਾਲ ਲਾਇਆ। ਸੰਗਤ ਜੀ, ਫਿਰ ਆਪ ਤਖਤ ਸਾਹਿਬ ਜੀ ਵਾਲੇ ਜਗ੍ਹਾ ਤੇ ਆਏ। ਇਹ ਘਰ ਸਾਲਸਰਾਏ ਜਵਾਰੀ ਦਾ ਸੀ। ਸੰਗਤ ਜੀ, ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਇੱਥੇ ਗਏ, ਉਦੋਂ ਭਾਈ ਜਗਤਾ ਜੀ ਇੱਥੇ ਰਹਿੰਦੇ ਸਨ। ਭਾਈ ਜਗਤੇ ਦੇ ਕੋਲ ਜਾ ਕੇ ਸਤਿਗੁਰਾਂ ਨੇ ਨਿਵਾਸ ਕੀਤਾ। ਥੋੜਾ ਸਮਾਂ ਟੇਕ ਕਰਕੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਪੰਜਾਬ ਨੂੰ ਆ ਗਏ ਤੇ ਪਰਿਵਾਰ ਨੂੰ ਤੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਆਖਿਆ ਸੀ, ਪੰਜਾਬ ਦੇ ਹਾਲਾਤ ਵੇਖ ਕੇ ਫਿਰ ਆਪ ਜੀ ਨੂੰ ਬੁਲਾਵਾਂਗੇ। ਜਦੋਂ ਆਪ ਜੀ ਅਨੰਦਪੁਰ ਸਾਹਿਬ ਆਏ ਤਾਂ ਉਹਦੇ ਹਾਲਾਤ ਵੇਖੇ। ਉਧਰ ਇਤਿਹਾਸ ਨੇ ਜ਼ਿਕਰ ਕੀਤਾ ਹੈ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਬਾਲ ਉਮਰ ਵਿੱਚ ਆਪਣੀ ਦਾਦੀ ਮਾਤਾ ਨਾਨਕੀ ਜੀ ਦੇ ਪਾਸੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਦਾ ਇਤਿਹਾਸ ਸਰਵਣ ਕਰਦੇ ਨੇ। ਜਿਵੇਂ ਉਹਨਾਂ ਨੇ ਜੰਗ ਯੁੱਧ ਕੀਤੇ ਨੇ, ਉਹ ਸਾਰਾ ਇਤਿਹਾਸ ਸਰਵਣ ਕਰਦੇ ਨੇ। ਤੇ ਹੁਣ ਸਤਿਗੁਰੂ ਵੀ ਉਹਨਾਂ ਲੀਹਾਂ ਤੇ ਚੱਲਦੇ ਨੇ। ਸੰਗਤ ਜੀ, ਸਤਿਗੁਰਾਂ ਨੇ ਮਿੱਟੀ ਦੇ ਗਲੇਲੇ ਬਣਾ ਲਏ ਨੇ। ਪੁਰਾਤਨ ਸਮੇਂ ਪੰਜਾਬ ਦੇ ਵਿੱਚ ਵੀ ਆਪਾਂ ਕਈ ਵਾਰ ਜ਼ਿਮੀਂਦਾਰਾਂ ਕੋਲ ਵੇਂਦੇ ਰਹੇ ਆ, ਉਹਨਾਂ ਨੇ ਮਿੱਟੀ ਦੇ ਗੁਲੇਲੇ ਬਣਾਉਣੇ ਤੇ ਗੁਲੇਲ ਦੇ ਨਾਲ ਜਾਂ ਘੁਮਾਣੀ ਦੇ ਨਾਲ ਨਾ ਜੀ ਉਹ ਫਸਲ ਦੇ ਉੱਤੋਂ ਜਾਨਵਰਾਂ ਨੂੰ ਉਡਾਉਣਾ ਉਹਨਾਂ ਗਲੇਲਿਆਂ ਨੂੰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜਦੋਂ ਬੀਬੀਆਂ ਖੂਹ ਤੋਂ ਪਾਣੀ ਭਰਨ ਆਉਂਦੀਆਂ ਸੀ, ਕਿਉਂਕਿ ਪਟਨੇ ਸ਼ਹਿਰ ਦਾ ਪਾਣੀ ਜਿਹੜਾ ਉਹ ਠੀਕ ਨਹੀਂ ਸੀ, ਤੇ ਜਿੱਥੇ ਸਤਿਗੁਰਾਂ ਨੇ ਨਿਵਾਸ ਕੀਤਾ ਸੀ ਇੱਥੇ ਇੱਕ ਖੂਹ ਸੀ, ਉਹਦਾ ਜਲ ਬੜਾ ਮਿੱਠਾ ਸੀ। ਬੀਬੀਆਂ ਪਾਣੀ ਇੱਥੋਂ ਭਰਦੀਆਂ ਸਨ। ਸਤਿਗੁਰੂ ਜੀ ਗੁਲੇਲੇ ਮਾਰ ਕੇ ਨਾ ਜੀ ਉਹਨਾਂ ਦੇ ਘੜੇ ਤੋੜ ਦਿੰਦੇ। ਉਹਨਾਂ ਨੇ ਮਾਤਾ ਜੀ ਨੂੰ ਬੇਨਤੀ ਕੀਤੀ, ਮਾਤਾ ਜੀ ਅਸੀਂ ਗਰੀਬ ਪਰਿਵਾਰ ਹਾਂ, ਤੁਹਾਡਾ ਸਾਹਿਬਜ਼ਾਦਾ
ਗੁਲੇਲੇ ਮਾਰ ਕੇ ਸਾਡੇ ਘੜੇ ਤੋੜ ਦਿੰਦਾ। ਮਾਤਾ ਜੀ ਕਹਿਣ ਲੱਗੇ ਚਲੋ ਤੁਸੀਂ ਤਾਂਬੇ ਦੀਆਂ ਪਿੱਤਲ ਦੀਆਂ ਗਾਗਰਾਂ ਲੈ ਲਓ। ਉਹਨਾਂ ਨੇ ਬੇਨਤੀ ਕੀਤੀ ਮਾਤਾ ਜੀ ਅਸੀਂ ਗਰੀਬ ਹਾਂ, ਅਸੀਂ ਤਾਂਬੇ ਪਿੱਤਲ ਦੀਆਂ ਗਾਗਰਾਂ ਕਿੱਥੋਂ ਲੈ ਆਈਏ। ਫਿਰ ਇਤਿਹਾਸ ਨੇ ਵੀ ਜ਼ਿਕਰ ਕੀਤਾ ਮਾਤਾ ਜੀ ਨੇ ਉਹਨਾਂ ਬੀਬੀਆਂ ਨੂੰ ਤਾਂਬੇ ਤੇ ਪਿੱਤਲ ਦੀਆਂ ਗਾਗਰਾਂ ਲੈ ਦਿੱਤੀਆਂ। ਇਧਰ ਕਲਗੀਧਰ ਪਾਤਸ਼ਾਹ ਜੀ ਨੇ ਆਪਣੀ ਦਾਦੀ ਮਾਂ ਨੂੰ ਕਿਹਾ, ਕਹਿਣ ਲੱਗੇ ਮਾਂ ਜਿਹੜੇ ਤੀਰ ਮੇਰਾ ਦਾਦਾ ਚਲਾਉਂਦਾ ਰਿਹਾ ਹੈ ਨਾ, ਮੈਨੂੰ ਉਹ ਜਿਹੇ ਤੀਰ ਕਢਵਾ ਕੇ ਦਿਓ। ਜਦੋਂ ਖਹਿੜਾ ਕੀਤਾ ਦਾਦੀ ਮਾਂ ਨੇ ਕਾਰੀਗਰ ਨੂੰ ਬੁਲਾਇਆ। ਸੰਗਤ ਜੀ ਉਹਨੇ 4 ਤੀਰ ਘੜ ਕੇ ਦਿੱਤੇ, 4 ਤੀਰ ਲੋਹੇ ਦੇ ਘੜ ਕੇ ਦਿੱਤੇ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੀਰ ਚਲਾਉਣ ਲੱਗ ਪਏ ਤੇ ਇੱਕ ਦਿਨ ਜਦੋਂ ਬੀਬੀਆਂ ਪਾਣੀ ਭਰ ਕੇ ਜਾ ਰਹੀਆਂ ਸੀ ਨਾ ਗਾਗਰਾਂ ਦੇ ਵਿੱਚ, ਸਤਿਗੁਰੂ ਜੀ ਨੇ ਲੋਹੇ ਦਾ ਤੀਰ ਮਾਰਿਆ, ਗਾਗਰ ਵਿੰਨੀ ਗਈ, ਜਲ ਡੁੱਲ ਗਿਆ ਤੇ ਬੀਬੀ ਬਹਿ ਕੇ ਰੋਣ ਲੱਗ ਪਈ। ਅੰਦਰੋਂ ਮਾਤਾ ਜੀ, ਮਾਤਾ ਗੁਜਰ ਕੌਰ ਜੀ, ਉਦੋਂ ਉਹਨਾਂ ਨੂੰ ਗੂਜਰੀ ਕਹਿੰਦੇ ਸੀ, ਬਾਹਰ ਆਏ ਹਵੇਲੀ ਵਿੱਚ ਤੇ ਕਹਿਣ ਲੱਗੇ ਲਾਲ ਜੀ ਵੇਖੋ ਬੀਬੀ ਬਹਿ ਕੇ ਰੋਣ ਡਈ ਹੈ ਤੇ ਤੁਸੀਂ ਹੱਸੀ ਜਾਂਦੇ ਹੋ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿਣ ਲੱਗੇ ਮਾਤਾ ਜੀ ਅਸੀਂ ਕੋਈ ਇਹਨਾਂ ਨੂੰ ਹਾਸੀ ਮਖੌਲ ਨਹੀਂ ਕੀਤਾ, ਕੋਈ ਟੀਚਰ ਨਹੀਂ ਕੀਤੀ। ਮਾਤਾ ਜੀ ਇਹ ਪਾਣੀ ਭਰ ਕੇ ਲਿਜਾ ਰਹੀ ਸੀ, ਇਹਦੇ ਗਾਗਰ ਦੇ ਵਿੱਚ ਕਾਲਾ ਸੱਪ ਸੀ ਫਣੀਹਰ, ਅਸੀਂ ਤੇ ਤੀਰ ਚਲਾ ਕੇ ਉਹ ਸੱਪ ਮਾਰਿਆ ਹੈ, ਇਹਨਾਂ ਦਾ ਭਲਾ ਕੀਤਾ ਮਾਤਾ ਜੀ। ਮਾਤਾ ਜੀ ਸੰਗਤ ਨੂੰ ਨਾਲ ਲੈ ਕੇ ਉੱਥੇ ਗਏ ਜਿੱਥੇ ਉਹ ਗਾਗਰ ਵਿੰਨੀ ਹੋਈ ਸੀ। ਸੰਗਤ ਜੀ ਜਾ ਕੇ ਵੇਖਿਆ ਤੇ ਕੀ ਵੇਂਦੇ ਨੇ ਵਿੱਚ ਠੀਕ ਹੀ ਸੱਪ ਦੇ ਵਿੱਚ ਦੀ ਤੀਰ ਲੰਘ ਕੇ ਸੱਪ ਮਰਿਆ ਪਿਆ ਸੀ। ਸਤਿਗੁਰੂ ਸਭਨਾਂ ਦਾ ਭਲਾ ਮਨਾਏਂਦਾ ਤੇ ਇਸ ਦਾ ਬੁਰਾ ਕਿਉਂ। ਬੜੇ ਪਰਉਪਕਾਰ ਬੜੇ ਕੌਤਕ ਸਤਿਗੁਰੂ ਜੀ ਨੇ ਪੜਨੇ ਦੀ ਧਰਤੀ ਤੇ ਕੀਤੇ। ਸੰਗਤ ਜੀ ਜਦੋਂ ਆਪ ਜੀ ਪੰਜਾਬ ਦੀਆਂ ਕਥਾਵਾਂ ਸੁਣਦੇ ਨਾ ਤੇ ਫਿਰ ਦਾਦੀ ਮਾਂ ਨੂੰ ਕਹਿੰਦੇ ਮਾਂ ਆਪਾਂ ਆਪਣੇ ਘਰ ਚੱਲੀਏ, ਆਪਾਂ ਆਪਣੇ ਦੇਸ਼ ਚੱਲੀਏ, ਆਪਾਂ ਇੱਥੇ ਕੀ ਕਰਨਾ। ਤੇ ਮਾਤਾਵਾਂ ਕਹਿੰਦੀਆਂ ਨਹੀਂ ਬੇਟਾ ਵੇਖੋ ਇਹ ਕਿੰਨਾ ਤੁਹਾਡੇ ਨਾਲ ਪਿਆਰ ਕਰਦੇ ਨੇ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹਨਾਂ ਦੇ ਮੂੰਹ ਤੇ ਹੀ ਕਹਿ ਦਿੰਦੇ, ਕਹਿੰਦੇ ਮਾਂ ਇਹ ਬਿਹਾਰੀਏ ਨਾ ਬੜੇ ਮਨ ਦੇ ਖੋਟੇ ਨੇ, ਅਸੀਂ ਨਹੀਂ ਇਹਨਾਂ ਕੋਲ ਰਹਿਣਾ। ਸੰਗਤ ਜੀ ਆਖਰ ਸਤਿਗੁਰੂ ਜੀ ਕਹਿੰਦੇ ਨੇ ਕਿ ਜਦੋਂ ਸਤਿਗੁਰਾਂ ਨੇ ਬਹੁਤਾ ਖਹਿੜਾ ਕੀਤਾ, ਇਧਰੋਂ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਸੱਦਾ ਪੱਤਰ ਭੇਜਿਆ ਵੀ ਤੁਸੀਂ ਹੁਣ ਵਾਪਸ ਪੰਜਾਬ ਆ ਜਾਓ। ਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਮਤਾਵਾ ਨੇ, ਮਾਮਾ ਕਿਰਪਾਲ ਚੰਦ ਜੀ ਨੇ, ਹੋਰ ਜਿਹੜੇ ਸਿੱਖ ਸੀ ਇਹ ਨਾਲ ਲੈ ਕੇ ਆਏ। ਪਟਨੇ ਸ਼ਹਿਰ ਦੇ ਵਿੱਚ ਹੀ ਇੱਕ ਨਗਰ ਹੈ ਜਿਹਦਾ ਨਾਮ ਹੈ ਜੀ ਦਾਨਾਪੁਰ। ਦਾਨਾਪੁਰ ਦੇ ਵਿੱਚ ਇੱਕ ਮਾਈ ਜਿਹਦਾ ਨਾਮ ਜਮਨਾ ਦੇਵੀ। ਸੰਗਤ ਜੀ ਉਹ ਜਮਨਾ ਦੇਵੀ ਨਾ ਖਿਚੜੀ ਰਿੰਨਦੀ ਹੈ, ਚੌਲਾਂ ਦੀ ਖਿਚੜੀ ਬਣਾਉਂਦੀ ਹੈ ਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਯਾਦ ਕਰਦੀ ਹੈ, ਮਹਾਰਾਜ ਬਾਲਾ ਪ੍ਰੀਤਮ ਆਓ ਕਿਤੇ ਮੈਨੂੰ ਵੀ ਦਰਸ਼ਨ ਦਿਓ ਤੇ ਨਾਲੇ ਖਿਚੜੀ ਛਕੋ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਉਹਦੇ ਕੋਲ ਜਾਂਦੇ ਨੇ। ਸੰਗਤ ਜੀ ਉਹ ਮਾਤਾ ਬੜੇ ਪਿਆਰ ਨਾਲ ਭਿੱਜ ਕਰਕੇ ਖਿਚੜੀ ਛਕਾਉਂਦੀ ਹੈ, ਪਰ ਸੰਗਤ ਸਤਿਗੁਰਾਂ ਦੇ ਨਾਲ ਕਾਫੀ ਸੀ। ਹੁਣ ਇੱਕ ਤੌੜੀ ਦੇ ਵਿੱਚ ਕਿੰਨੀ ਕੁ ਖਿਚੜੀ ਬਣ ਜਾਂਦੀ ਹੈ ਜੀ? ਵੱਧ ਤੋਂ ਵੱਧ 10-15 ਬੰਦੇ ਛਕ ਲੈਂਦੇ ਨੇ, ਇਹਦੋਂ ਵੱਧ ਨਹੀਂ ਛਕੀ ਜਾਂਦੀ, ਤੌੜੀ ਸੀ ਜੀ ਉਹ। ਜਦੋਂ ਮਾਤਾ ਨੇ ਵੇਖਿਆ ਵੀ ਸੰਗਤ ਬਹੁਤ ਜ਼ਿਆਦੀ ਹੈ, ਆਖਿਆ ਲਾਲ ਜੀ
ਇਹ ਭਾਂਡਾ ਛੋਟਾ ਸੀਗਾ, ਇਹਦੇ ਵਿੱਚ ਖਿਚੜੀ ਥੋੜੀ ਰਿੱਝੀ ਆ, ਸੰਗਤ ਤੁਹਾਡੇ ਨਾਲ ਜ਼ਿਆਦੀ ਆ। ਤੇ ਕਹਿਣ ਲੱਗੇ ਮਾਂ ਕੋਈ ਨਹੀਂ, ਫਿਕਰ ਨਾ ਕਰ, ਤੇ ਮੁੱਕੇਗੀ ਨਹੀਂ। ਸੰਗਤ ਜੀ ਉਹ ਅੱਜ ਵੀ ਉਸੇ ਤਰ੍ਹਾਂ ਹੀ ਵਰਤਦੀ ਆ, ਮੁੱਕੀ ਨਹੀਂ। ਅੱਜ ਵੀ ਤੁਸੀਂ ਜਾਓਗੇ ਨਾ ਗੁਰਦੁਆਰਾ ਹਾਂਡੀ ਸਾਹਿਬ, ਉਹ ਗੁਰਦੁਆਰੇ ਦਾ ਨਾਮ ਹਾਂਡੀ ਸਾਹਿਬ ਹੈ, ਉਹ ਨਗਰ ਦਾ ਨਾਮ ਦਾਨਾਪੁਰ, ਉੱਥੇ ਅੱਜ ਵੀ ਉਹ ਖਿਚੜੀ ਵਰਤਦੀ ਸੰਗਤ ਜੀ। ਉਹ ਮਾਤਾ ਨੂੰ ਨਿਹਾਲ ਕੀਤਾ। ਜਦੋਂ ਰਾਜੇ ਫਤਿਹ ਚੰਦ ਦੀ ਘਰਵਾਲੀ ਰਾਣੀ ਮੈਣੀ, ਉਹਦਾ ਅਸਲ ਦੇ ਵਿੱਚ ਨਾਮ ਸੀ ਬਸੰਬਰਾ ਦੇਵੀ, ਇਹਨਾਂ ਨੇ ਜਦੋਂ ਸ਼ਿਵਦੱਤ ਪੰਡਤ ਨੂੰ ਕਿਹਾ ਪੰਡਤ ਜੀ ਸਾਡੇ ਤੇ ਵੀ ਕਿਰਪਾ ਕਰੋ, ਸਾਨੂੰ ਪੁੱਤਰ ਦੀ ਦਾਤ ਬਖਸ਼ਿਓ। ਤੇ ਪੰਡਤ ਸ਼ਿਵਦੱਤ ਨੇ ਕਿਹਾ ਸੀ, ਕਹਿਣ ਲੱਗਾ ਰਾਣੀ ਪੁੱਤਰਾਂ ਦੀਆਂ ਦਾਤਾਂ ਦੇਣ ਵਾਲਾ ਵਾਹਿਗੁਰੂ ਦਾ ਸਰੂਪ ਅੱਜ ਪਟਨੇ ਵਿੱਚ ਆਇਆ ਹੋਇਆ ਹੈ, ਹੁਣ ਤੁਸੀਂ ਉਹਦੇ ਤੋਂ ਮੰਗਿਆ ਕਰੋ। ਪੰਡਤ ਸ਼ਿਵਦੱਤ ਰਾਜੇ ਤੇ ਰਾਣੀ ਨੂੰ ਨਾਲ ਲੈ ਕੇ ਬਾਲਾ ਪ੍ਰੀਤਮ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਵਿੱਚ ਹਾਜ਼ਰ ਹੁੰਦੇ ਨੇ। ਦਰਸ਼ਨ ਦੀਦਾਰ ਕਰਕੇ ਮਨ ਨੂੰ ਠੰਡ ਪੈਂਦੀ ਹੈ। ਸੰਗਤ ਜੀ ਹੁਣ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਜਦੋਂ ਸ਼ਾਮ ਨੂੰ ਹਾਣੀਆਂ ਦੇ ਨਾਲ ਖੇਡਦੇ ਉਹ ਰਾਜੇ ਦੇ ਮਹਿਲਾਂ ਵਿੱਚ ਜਾਂਦੇ ਨੇ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਬਾਲ ਲੀਲਾ ਸਾਹਿਬ ਹੈ, ਇਹ ਰਾਜੇ ਦਾ ਘਰ ਸੀ। ਔਰ ਜਦੋਂ ਇੱਥੇ ਜਾਂਦੇ ਨੇ ਤੇ ਉਹ ਮਾਂ ਦੀ ਇੱਛਾ ਪੂਰੀ ਕਰਦੇ ਨੇ। ਮਾਂ ਲਿਵ ਬਿਰਤੀ ਜੋੜ ਕੇ ਯਾਦ ਕਰ ਰਹੀ ਸੀ, ਪਰ ਯਾਦ ਕਰਦੀ ਸੀ ਪੁੱਤਰ ਦੀ ਦਾਤ ਵਾਸਤੇ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਜਾਂਦੇ ਨੇ ਤੇ ਬਚੰਬਰਾ ਦੇਵੀ ਦੀ ਗੋਦ ਵਿੱਚ ਬੈਠ ਕੇ ਕਹਿੰਦੇ ਮਾਂ ਭੁੱਖ ਲੱਗੀ ਹੈ, ਮਾਂ ਪੂੜੀਆਂ ਤੇ ਛੋਲੇ ਛਕਾ। ਰਾਣੀ ਨੇ ਜਦੋਂ ਮਾਂ ਸ਼ਬਦ ਸੁਣਿਆ ਸੰਗਤ ਜੀ ਉਹ ਗਦਗਦ ਹੋ ਗਈ। ਉਹਨੇ ਪੂੜੀਆਂ ਤੇ ਛੋਲੇ ਤਿਆਰ ਕਰਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਤੇ ਉਹਨਾਂ ਦੇ ਆਏ ਹੋਏ ਸਾਥੀਆਂ ਨੂੰ ਛਕਾਉਣਾ ਕੀਤੇ। ਹੁਣ ਸਤਿਗੁਰੂ ਪਾਤਸ਼ਾਹ ਜੀ ਦਿਨ ਅਸਤਨ ਤੋਂ ਬਾਅਦ ਸੰਗਤ ਜੀ ਇਸ ਅਸਥਾਨ ਤੋਂ ਵਾਪਸ ਜਾਂਦੇ ਨੇ ਤਖਤ ਸਾਹਿਬ ਨੂੰ। ਅੱਜ ਵੀ ਉਹ ਮਰਜ਼ਾਦਾ ਹੈ। ਪਹਿਲਾ ਗੁਰਦੁਆਰਾ ਬਾਲ ਲੀਲਾ ਸਾਹਿਬ ਜੀ ਵਿਖੇ ਰਹਿਰਾ ਸਾਹਿਬ ਜੀ ਦਾ ਪਾਠ ਹੁੰਦਾ ਹੈ, ਤੇ ਇਸ ਤੋਂ ਬਾਅਦ ਫਿਰ ਤਖਤ ਸ੍ਰੀ ਪਟਨਾ ਸਾਹਿਬ, ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜੀ ਵਿਖੇ ਦੇਰ ਰਾਤ ਗਈ ਸੋਦਰ ਦਾ ਪਾਠ ਹੁੰਦਾ। ਉਹ ਮਰਜ਼ਾਦਾ ਅੱਜ ਵੀ ਹੈ। ਦਾਸ ਨੇ ਪਟਨਾ ਸਾਹਿਬ ਬੇਨਤੀ ਕੀਤੀ ਸੀ, ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਭਾਵੇਂ ਸੰਗਤ ਜੀ ਬਾਲਾ ਪ੍ਰੀਤਮ ਦੇ ਰੂਪ ਵਿੱਚ ਸਨ, ਪਰ ਹੈਣ ਬੜੇ ਸਰਬ ਕਲਾ ਸਮਰੱਥ ਸਨ। ਜੇ ਉਹ ਮਾਤਾ ਵਿਚੰਬਰਾ ਦੇਵੀ ਨੂੰ ਇਹ ਗੱਲ ਕਹਿ ਦਿੰਦੇ ਵੀ ਮਾਂ ਜਾ ਤੈਨੂੰ ਗੁਰੂ ਨਾਨਕ ਪੁੱਤਰ ਦੀ ਦਾਤ ਦੇਵੇਗਾ, ਤੇ ਕੋਈ ਵੱਡੀ ਗੱਲ ਨਹੀਂ, ਮਾਤਾ ਦੇ ਘਰ ਪੁੱਤਰ ਹੋ ਜਾਂਦਾ। ਪਰ ਸੰਗਤ ਜੀ ਜਿਹੜਾ ਅੱਜ ਉਹਨਾਂ ਦੋਹਾਂ ਜੀਆਂ ਦਾ, ਰਾਜੇ ਤੇ ਰਾਣੀ ਦਾ ਨਾਮ ਪੰਥ ਦੇ ਵਿੱਚ ਹੈ, ਤੇ ਜਿਹੜਾ ਉਹਨਾਂ ਦਾ ਮਕਾਨ ਮਹੱਲ ਜਿਹੜਾ ਸੀ ਜਿਹਦੇ ਅੱਜ ਲੋਕ ਦਰਸ਼ਨ ਕਰਦੇ ਨੇ, ਕਿਸੇ ਨੇ ਦਰਸ਼ਨ ਨਹੀਂ ਸੀ ਕਰਨੇ, ਉਹਦੇ ਕਿਸੇ ਨੇ ਦਰਸ਼ਨ ਨਹੀਂ ਕਰਨੇ, ਉਹਨਾਂ ਦਾ ਨਾਮ ਵੀ ਨਹੀਂ ਲੈਣਾ। ਤੇ ਅੱਜ ਸਿੱਖ ਪੰਥ ਦੇ ਵਿੱਚ ਸਾਡੇ ਵਿਦਵਾਨ ਕੀ ਕਹਿੰਦੇ ਨੇ, ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੀਆਂ ਦੋ ਮਾਵਾਂ, ਇੱਕ ਮਾਂ ਗੁਜਰ ਕੌਰ ਜਿਹਨੇ ਜਨਮ ਦਿੱਤਾ, ਤੇ ਦੂਜੀ ਮੂੰਹ ਬੋਲੀ ਮਾਂ ਵਿਚੰਬਰਾ ਦੇਵੀ ਹੈ। ਇਹ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਦੇਣ ਹੈ ਸੰਗਤ ਜੀ। ਪੁੱਤਰ ਵੀ ਹੋ ਜਾਂਦਾ, ਹੋ ਸਕਦਾ ਉਹ ਰਾਜ ਭਾਗ ਵੀ ਭੋਗਦਾ, ਪਰ ਹੋ ਸਕਦਾ ਵੀ ਸਮਾਂ ਪਾ ਕੇ ਅੱਜ ਆਪਾਂ ਵੇਖਨੇ ਕਈ ਰਾਜੇ ਹੋ ਚੁੱਕੇ ਨੇ, ਕੋਈ ਨਾਂ ਨਹੀਂ ਲੈਂਦਾ, ਉਹਨਾਂ ਦਾ ਕੋਈ ਨਾਂ ਨਾ ਲੈਂਦਾ। ਪਰ ਅੱਜ ਜਦੋਂ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਇਤਿਹਾਸ ਆਰੰਭ ਹੁੰਦਾ ਹੈ, ਪੜਨੇ ਦੀ ਧਰਤੀ ਦੇ ਕੌਤਕ ਆਰੰਭ ਹੁੰਦੇ ਨੇ ਸੰਗਤ ਜੀ। ਉਹ ਰਾਜੇ ਫਤਿਹ ਚੰਦ ਦਾ
ਤੇ ਰਾਣੀ ਮੈਣੀ ਮਾਤਾ ਵਿਸ਼ੰਬਰਾ ਦੇਵੀ ਦਾ ਨਾਮ ਵੀ ਇਤਿਹਾਸ ਤੇ ਸਟੇਜਾਂ ਦੇ ਉੱਤੇ ਸੁਣਾਇਆ ਜਾਂਦਾ ਹੈ। ਸਤਿਗੁਰੂ ਨੇ ਬੜੇ ਕੌਤਕ ਕੀਤੇ। ਤਹੀ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵਲਾਇਓ, ਮਦਰ ਦੇਸ ਹਮ ਕੋ ਲੈ ਆਇਆ। ਮਦਰ ਦੇਸ ਪੰਜਾਬ ਨੂੰ ਕਹਿੰਦੇ ਸੰਗਤ ਜੀ। ਸਤਿਗੁਰੂ ਜੀ ਕਹਿੰਦੇ ਫਿਰ ਸਾਨੂੰ ਪੰਜਾਬ ਵਿੱਚ ਲੈ ਆਂਦਾ। ਭਾਂਤ ਭਾਂਤ ਦਾਈਆਂ ਦੁਲਰਾਏ। ਇਹ ਤੇ ਤਰ੍ਹਾਂ ਤਰ੍ਹਾਂ ਖਡਾਵਿਆਂ ਨੇ ਸਾਨੂੰ ਖਡਾਉਣਾ ਕੀਤੀ ਕੀਨੀ ਅਣਕ ਭਾਂਤ ਤਨ ਰੱਛਾ। ਅਨੇਕਾਂ ਤਰੀਕਿਆਂ ਦੇ ਨਾਲ ਸਾਡੇ ਸਰੀਰ ਦੀ ਰੱਖਿਆ ਕੀਤੀ ਗਈ, ਕਿਉਂਕਿ ਖਤਰਾ ਸੀ ਨਾ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤਾਏ ਨੇ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਉੱਤੇ ਕਈ ਪਲਟਵਾਰ ਕੀਤੇ ਸਨ ਸੰਗਤ ਜੀ। ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਿੱਖਾਂ ਦੀ ਡਿਊਟੀ ਲਾ ਦਿੱਤੀ ਸੀ ਕਲਗੀਧਰ ਪਾਤਸ਼ਾਹ ਜੀ ਦੀ ਰੱਖਿਆ ਵਾਸਤੇ। ਦੀਨੀ ਅਣਖ ਭਾਂਤ ਤਨ ਸਿੱਖਿਆ, ਅਨੇਕ ਪ੍ਰਕਾਰ ਦੀ ਸਿੱਖਿਆ ਵੀ ਸੰਗਤ ਜੀ ਉੱਤੇ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਦਿੱਤੀ ਗਈ। ਸਤਿਗੁਰਾਂ ਦਾ ਇਤਿਹਾਸ ਇੱਕ ਖੁੱਲੀ ਕਿਤਾਬ ਹੈ ਸੰਗਤ ਜੀ। ਜਿੰਨਾ ਮਰਜ਼ੀ ਆਪਾਂ ਪੜ੍ਹੀ ਜਾਈਏ, ਵਿਚਾਰੀ ਜਾਈਏ, ਸੁਣੀ ਜਾਈਏ, ਸਮਾਂ ਮੁੱਕ ਜਾਂਦਾ ਹੈ, ਪਰ ਸਤਿਗੁਰਾਂ ਦਾ ਇਤਿਹਾਸ ਨਹੀਂ ਮੁੱਕਦਾ। ਸਤਿਗੁਰਾਂ ਨੇ ਬੇਅੰਤ ਕੌਤਕ ਕੀਤੇ ਨੇ। ਇਹ ਅੱਜ ਹਿੰਦੁਸਤਾਨ ਦੀ ਹੋਂਦ ਹੈ ਤੇ ਇਹ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਦੇਣ ਸਦਕਾ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੋਂ 9 ਸਾਲ ਦੀ ਉਮਰ ਵਿੱਚ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪੁੱਛਦੇ ਨੇ, ਮਹਾਰਾਜ ਇਹ ਕੌਣ ਨੇ ਜਿਹੜੇ ਗਰੀਬ ਹੱਥ ਜੋੜ ਕੇ ਤੁਹਾਡੇ ਸਾਹਮਣੇ ਖਲੋਤੇ ਨੇ? ਇਹਨਾਂ ਨੇ ਮੂੰਹ ਵਿੱਚ ਘਾਹ ਦੀਆਂ ਤਿੜਾਂ ਲਈਆਂ ਨੇ, ਕੱਪੜੇ ਮਹਾਰਾਜ ਇਹਨਾਂ ਦੇ ਫਟੇ ਹੋਏ ਨੇ, ਬੜੇ ਅਜੀਜ਼ ਨੇ, ਗਰੀਬ ਨੇ। ਤੇ ਸਤਿਗੁਰੂ ਜੀ ਕਹਿੰਦੇ ਨੇ, ਬੇਟਾ ਇਹ ਕਸ਼ਮੀਰ ਦੇ ਬ੍ਰਾਹਮਣ ਨੇ। ਕਿਰਪਾ ਰਾਮ ਬ੍ਰਾਹਮਣ ਦੀ ਅਗਵਾਈ ਵਿੱਚ ਸਾਰੇ ਇਕੱਠੇ ਹੋ ਕੇ ਆਏ ਨੇ। ਪੁੱਛਿਆ, ਮਹਾਰਾਜ ਕੀ ਹੋਇਆ? ਤੇ ਸਤਿਗੁਰੂ ਜੀ ਕਹਿੰਦੇ, ਭਾਈ ਇਹਨਾਂ ਦਾ ਨਾ ਧਰਮ ਔਰੰਗਜ਼ੇਬ ਜ਼ਬਰਦਸਤੀ ਨਸ਼ਟ ਕਰ ਰਿਹਾ ਹੈ, ਜ਼ਬਰਦਸਤੀ ਨਸ਼ਟ ਕਰ ਰਿਹਾ ਹੈ। ਫਿਰ ਕਿਵੇਂ ਇਹਨਾਂ ਦਾ ਧਰਮ ਬਚ ਸਕਦਾ ਹੈ? ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ, ਬੇਟਾ ਕੋਈ ਮਹਾਂਪੁਰਖ ਆਪਣੇ ਸੀਸ ਦਾ ਬਲੀਦਾਨ ਦੇਵੇ ਤਾਂ ਇਹਨਾਂ ਦਾ ਧਰਮ ਬਚ ਸਕਦਾ ਹੈ। ਤੇ 9 ਸਾਲ ਦੀ ਉਮਰ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ, ਪਿਤਾ ਜੀ ਤੁਹਾਡੇ ਨਾਲੋਂ ਹੋਰ ਵੱਡਾ ਮਹਾਂਪੁਰਖ ਕਿਹੜਾ ਹੋ ਸਕਦਾ ਹੈ? ਜਦੋਂ ਮੈਂ ਗੁਰਬਾਣੀ ਦੀ ਸੰਤਿਆ ਕਰ ਰਿਹਾ ਸਾਂ ਤੇ ਗੁਰਬਾਣੀ ਦੀ ਸੰਤਿਆ ਵਿੱਚ ਇਹ ਪਾਠ ਪੜ੍ਹਿਆ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਤੇ ਤੁਸੀਂ ਗੁਰੂ ਨਾਨਕ ਦੇ ਨਾਮੇ ਸਰੂਪ ਹੋ ਮਹਾਰਾਜ, ਤੁਹਾਡੇ ਨਾਲ ਹੋਰ ਵੱਡਾ ਮਹਾਂਪੁਰਖ ਕੌਣ ਹੋ ਸਕਦਾ? ਆਪ ਕਿਰਪਾ ਕਰੋ, ਸੀਸ ਦਾ ਬਲੀਦਾਨ ਦੇ ਕੇ ਇਹਨਾਂ ਦੇ ਧਰਮ ਦੀ ਰੱਖਿਆ ਕਰ। ਆਖਿਆ, ਠੀਕ ਹੈ ਬੇਟਾ ਲਾਲ ਜੀ, ਬਸ ਤੁਹਾਡੀ ਉਡੀਕ ਵਿੱਚ ਸਾਂ, ਤੁਸੀਂ ਹੁਕਮ ਕਰ ਦਿੱਤਾ ਹੈ, ਤੁਸੀਂ ਹੁਣ ਸੰਗਤਾਂ ਦੀ ਸੰਭਾਲ ਕਰੋ, ਅਸੀਂ ਦਿੱਲੀ ਜਾਵਾਂਗੇ ਤੇ ਇਹਨਾਂ ਦਾ ਧਰਮ ਬਚਾਵਾਂਗੇ। ਇਤਨਾ ਵੱਡਾ ਪਰਉਪਕਾਰੀ ਮਹਾਂਪੁਰਖ। ਸੰਗਤ ਜੀ ਆਪਣੇ ਉੱਤੇ ਕਿਤਨੇ ਕਸ਼ਟ ਚੱਲੇ, ਸਾਰਾ ਸਰਬੰਸ ਹੀ ਕੁਰਬਾਨ ਕਰ ਦਿੱਤਾ, 14 ਜੰਗਾਂ ਲੜੀਆਂ। ਸਤਿਗੁਰੂ ਪਾਤਸ਼ਾਹ ਜੀ ਨੇ ਖਾਲਸੇ ਦੀ ਸਾਜਣਾ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਆਪਣੇ ਕੰਠੋਂ ਉਚਾਰਨ ਕਰਕੇ ਭਾਈ ਮਣੀ ਸਿੰਘ ਜੀ ਦੇ ਪਾਸੋਂ ਲਿਖਵਾਇਆ। ਹਜੂਰ ਸਾਹਿਬ ਨੰਦੇੜ ਦੀ ਧਰਤੀ ਤੇ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦੇ ਕੇ ਮੱਥਾ ਟੇਕਿਆ ਤੇ ਨਾਲ ਹੁਕਮ ਕਰ ਦਿੱਤਾ, ਸਭ ਸਿੱਖਣ ਕਾ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸਾਰੇ ਸਿੱਖਾਂ ਨੂੰ ਭਾਈ ਸਾਡਾ ਹੁਕਮ ਹੈ ਕਿ ਅੱਜ ਤੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣਾ ਹੈ। ਤੁਹਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ, ਹੋਰ ਕੋਈ ਗੁਰੂ ਨਹੀਂ। ਪਰਮੇਸ਼ਰ ਦੇ ਪਿਆਰੇ ਸੰਗਤ ਜੀ, ਇਹ ਸਾਡੇ ਸਤਿਕਾਰਯੋਗ ਨੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਇਹ ਸਾਡਾ ਇੱਕ ਭਾਖੜਾ ਡੈਮ ਹੈ। ਤੇ ਜਿਵੇਂ ਭਾਖੜਾ ਡੈਮ ਤੋਂ ਬਿਜਲੀ ਪੈਦਾ ਹੁੰਦੀ ਹੈ ਨਾ, ਤੇ ਉਹ ਅੱਗੇ ਫਿਰ ਕਈ ਹਿੱਸਿਆਂ ਦੇ ਵਿੱਚ ਵੰਡੀ ਜਾਂਦੀ ਹੈ।
ਤੇ ਮਹਾਂਪੁਰਖ ਜਿਵੇਂ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਦੇ ਨੇ, ਬਾਣੀ ਪੜ੍ਹਦੇ ਨੇ, ਸਿਮਰਨ ਭਜਨ ਕਰਦੇ ਨੇ, ਤਿਵੇਂ ਤਿਵੇਂ ਇਥੋਂ ਸੰਗਤ ਜੀ ਇਹ ਰੋਸ਼ਨੀ, ਇਹ ਤਾਕਤ, ਇਹ ਅਗੰਮੀ ਤਾਕਤ ਪ੍ਰਾਪਤ ਕਰਕੇ ਤੇ ਮਹਾਂਪੁਰਖ ਅੱਗੇ ਵੰਡੀ ਜਾਂਦੇ ਨੇ। ਉਹ ਸਤਿਕਾਰਯੋਗ ਨੇ। ਸਤਿਗੁਰੂ ਰਹਿਮਤ ਕਰਨ। ਸਤਿਗੁਰਾਂ ਦੇ 354ਵੇਂ ਪ੍ਰਕਾਸ਼ ਗੁਰਪੁਰਬ ਦੀਆਂ ਆਪ ਸੰਗਤਾਂ ਨੂੰ ਵਧਾਈਆਂ। ਔਰ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਮੀਹਾ ਸਿੰਘ ਜੀ ਸਿਆੜ ਵਾਲੇ ਮਹਾਂਪੁਰਖਾਂ ਦੀ ਯਾਦ ਵਿੱਚ ਵੀ ਆਪਾਂ ਜੁੜ ਬੈਠੇ ਹਾਂ। ਸੰਤ ਨਾ ਉਤੇ ਜਗਤ ਮੇ ਤੋ ਜਲ ਮਰਤਾ ਸੰਸਾਰ। ਸੰਗਤ ਜੀ, ਸੰਤਾਂ ਮਹਾਂਪੁਰਖਾਂ ਨੂੰ ਵੀ ਜਿੱਤੇ ਵਿਦਵਾਨਾਂ ਨੇ 6 ਪ੍ਰਕਾਰ ਦੇ ਅਵਤਾਰ ਮੰਨੇ ਨੇ ਨਾ, ਉਹਨਾਂ ਦੇ ਵਿੱਚ ਨਿਤ ਅਵਤਾਰ ਆਉਂਦਾ ਹੈ। ਨਿਤ ਅਵਤਾਰ ਮਹਾਂਪੁਰਖਾਂ ਨੂੰ ਗਿਣਿਆ ਜਾਂਦਾ ਹੈ। ਇਹ ਨਿਤਾ ਪ੍ਰਤੀ ਸੰਸਾਰ ਵਿੱਚ ਆ ਕੇ ਲੋਕਾਈ ਤੇ ਪਰਉਪਕਾਰ ਕਰਦੇ ਨੇ। ਜੀਆਂ ਨੂੰ ਜੀ ਦਾਨ ਦੇ ਕੇ ਭਗਤੀ ਵਿੱਚ ਜੋੜ ਕੇ ਉਹਨਾਂ ਦਾ ਪਾਰ ਉਤਾਰਾ ਕਰਦੇ ਨੇ। ਉਹਨਾਂ ਮਹਾਂਪੁਰਖਾਂ ਦੀ ਯਾਦ ਵਿੱਚ ਵੀ ਆਪਾਂ ਜੁੜ ਬੈਠੇ। ਸਤਿਗੁਰੂ ਰਹਿਮਤ ਕਰਨ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਜਿਨ੍ਹਾਂ ਨੇ ਅੰਮ੍ਰਿਤ ਛਕਿਆ ਭਾਈ ਵੱਡਿਆਂ ਭਾਗਾਂ ਵਾਲੇ ਹੋ। ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਦੀ ਦਾਤ ਪ੍ਰਾਪਤ ਨਹੀਂ ਕੀਤੀ, ਪੰਜਾਂ ਪਿਆਰਿਆਂ ਦੇ ਸਨਮੁਖ ਹੋ ਕੇ ਹੱਥ ਜੋੜ ਕੇ ਬੇਨਤੀ ਕਰਿਓ, ਆਪ ਪੰਜ ਸਤਿਗੁਰੂ ਜੀ ਦਾ ਸਰੂਪ ਹੋ, ਸਾਡੇ ਤੇ ਵੀ ਕਿਰਪਾ ਕਰੋ, ਸਾਨੂੰ ਅੰਮ੍ਰਿਤ ਦੀ ਦਾਤ ਬਖਸ਼ੋ। ਸੰਗਤ ਜੀ, ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ, ਨਿਤਨੇਮ ਕਰਕੇ, ਸਿਮਰਨ ਭਜਨ ਕਰਕੇ ਆਪਣੇ ਜੀਵਨ ਨੂੰ ਸਫਲਾ ਕਰੀਏ, ਆਪਣੇ ਜੀਵਨ ਨੂੰ ਸਵਾਰਨ ਦਾ ਯਤਨ ਕਰੀਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋੜ ਰੋਮ ਰੋਮ ਕਰਕੇ ਸ਼ੁਕਰ ਹੈ। ਆਪ ਸਮੁੱਚੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸੰਤ ਬਾਬਾ ਸ਼ੇਰ ਸਿੰਘ ਜੀ ਮਹਾਂਪੁਰਖਾਂ ਦਾ ਬਹੁਤ ਬਹੁਤ ਧੰਨਵਾਦ ਹੈ। ਸੰਤ ਬਾਬਾ ਸਰਬਜੋਤ ਸਿੰਘ ਜੀ ਡਾਂਗੋ ਵਾਲੇ ਮਹਾਂਪੁਰਖ ਬਹੁਤ ਹੀ ਪਿਆਰ ਵਾਲੀ ਆਤਮਾ ਹੈ। ਸੰਗਤ ਜੀ, ਸਾਰੇ ਮਹਾਂਪੁਰਖਾਂ ਨਾਲ ਬਹੁਤ ਅੱਤ ਦਾ ਪਿਆਰ ਕਰਦੇ ਨੇ। ਸਾਰੇ ਆਏ ਹੋਏ ਵਿਦਵਾਨਾਂ ਨਾਲ, ਗੁਰੂ ਕੇ ਕੀਰਤਨੀਆਂ, ਰਾਗੀ ਢਾਡੀਆਂ ਨਾਲ ਵੀ ਬਹੁਤ ਪਿਆਰ ਕਰਦੇ ਨੇ। ਸਤਿਗੁਰੂ ਰਹਿਮਤ ਕਰਨ। ਮਹਾਂਪੁਰਖਾਂ ਦੇ ਸਿਰ ਤੇ ਹੱਥ ਰੱਖ ਕੇ ਇਸੇ ਤਰ੍ਹਾਂ ਹੀ ਆਪਣੀਆਂ ਸੇਵਾਵਾਂ ਚੜ੍ਹਦੀ ਕਲਾ ਵਿੱਚ ਆਪ ਲੈਂਦੇ ਰਹਿਣ। ਸੋ ਸਾਰੀ ਸੰਗਤ ਦਾ, ਮਹਾਂਪੁਰਖਾਂ ਦਾ, ਮਹਾਂਪੁਰਖਾਂ ਦੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਆਏ ਫਰੰਟ ਗੁਰਤੀ ਅਮਰਦਾਸ